सत श्री अकाल। न्यूज़ 18 पंजाब हरियाणा हिमाचल तुसीं देख रहे हो। गौरव शुक्ला मैं हां तुहाडे नाल ते न्यूज़ 18 पंजाब दी महा कवरेज। चोण नगाड़ा लगातार जारी है। इलैक्शन दा बिगुल 11 मार्च तो वजदा नजर आ रहा है जो 2022 पंजाब दी विधान सभा चोणां होण जा रही हैं। सो 4 साल हो चुके ने पंजाब सरकार कांग्रेस की सरकार सत्ता दे विच आई नूं और 4 साल बाद अज सरकार कित्थे खड़ी है। की सरकार दे दावे ने, की सरकार ने वादे कीते सी, किन्ने पूरे किए जा रहे हैं या जा चुके ने। लोग इस बारे की सोचते हैं और विरोधी धिरां लगातार सरकार ते निशाने साध रही ने। हुणे हुणे बजट सैशन कल खत्म होया और उस बजट सैशन दे विच जो दावे सरकार वालों किए गए हुण उन्हां दावियां ते सवाल उठने शुरू हो गए ने। चुनावी साल है और इस साल सरकार का यह लेखा जोखा चलता रहेगा। जी बिल्कुल, लेखा जोखा चलता रहेगा। असीं गल करांगे कैप्टन सरकार दे 4 साल दे इस खास पेशकश चोण नगाड़ा दे विच। ਤਾਂ ਚੋਣ ਨਗਾੜਾ ਦੇ ਵਿੱਚ ਇਸ ਸੈਗਮੈਂਟ ਦੇ ਵਿੱਚ ਕਿਉਂਕਿ ਸਵੇਰ ਤੋਂ ਹੀ ਅਸੀਂ ਪੂਰਾ ਦਿਨ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਹੈ ਵੱਖ-ਵੱਖ ਮੁੱਦਿਆਂ ਉੱਤੇ, ਚਾਹੇ ਉਹ ਕਿਸਾਨੀ ਦਾ ਮੁੱਦਾ ਹੋਵੇ, ਚੋਣ ਮੁੱਦੇ ਕਿਹੜੇ ਹੋਣਗੇ ਉਹਨਾਂ ਉੱਤੇ ਗੱਲਬਾਤ ਹੋਈ ਹੈ। ਇਸ ਖਾਸ ਸੈਗਮੈਂਟ ਦੇ ਵਿੱਚ ਅਸੀਂ ਸਿੱਧਾ ਜ਼ਿਕਰ ਕਰਾਂਗੇ 4 ਸਾਲ ਦਾ, 4 ਸਾਲ ਦੇ ਸਰਕਾਰ ਦੇ ਕਾਰਜਕਾਲ ਦਾ ਕਿ 4 ਸਾਲ ਦੇ ਵਿੱਚ ਕਿੰਨੇ ਵਾਅਦੇ ਪੂਰੇ ਹੋਏ, 4 ਸਾਲ ਦੀ ਰੂਪਰੇਖਾ ਕਿਹੋ ਜੀ ਰਹੀ ਹੈ। ਆਖਰੀ ਸਾਲ ਇਲੈਕਸ਼ਨ ਈਅਰ ਜਿਸ ਨੂੰ ਕਿਹਾ ਜਾ ਰਿਹਾ ਹੈ ਕਿਹੋ ਜਿਹਾ ਰਹਿ ਸਕਦਾ। ਮਹਿਮਾਨ ਬਹੁਤ ਸਾਰੇ ਸਾਡੇ ਨਾਲ ਜੁੜਨਗੇ पर शुरुआत एक रिपोर्ट के नाल करन जा रहे हैं, उस तो बाद 4 साल ते चर्चा शुरू करें। ਚੋਣ ਨਗਾੜੇ ਦੀ ਗੂੰਜ ਦੇ ਵਿੱਚ ਸਿਰਫ ਨਵੀਂ ਜੰਗ ਦਾ ਬਿਗੁਲ ਹੀ ਨਹੀਂ ਬਲਕਿ ਪੁਰਾਣੇ ਵਾਅਦਿਆਂ ਨੂੰ ਵੀ ਕਸੌਟੀ ਤੇ ਪਰਖਣ ਦਾ ਮੌਕਾ ਹੈ। ਕੈਪਟਨ ਅਮਰਿੰਦਰ ਸਿੰਘ ਨੂੰ ਸੱਤਾ ਦੇ ਵਿੱਚ 4 ਸਾਲ ਦਾ ਵਕਤ ਹੋ ਚੁੱਕਿਆ ਹੈ, ਇਸ ਲਈ 17 ਦੇ ਚੋਣ ਵਾਅਦਿਆਂ ਦਾ ਹਾਲ ਜਾਣਨਾ ਬੇहद ਜ਼ਰੂਰੀ ਹੈ। ਜ਼ਮੀਨੀ ਹਕੀਕਤ ਚਾਹੇ ਜੋ ਮਰਜ਼ੀ ਹੋਵੇ ਪਰ ਉਸ ਤੇ ਸਰਕਾਰ ਤੇ ਵਿਰੋਧੀ ਧਿਰਾਂ ਦੇ ਆਪੋ ਆਪਣੇ ਦਾਅਵੇ ਨੇ। ਮੁੱਖ ਮੰਤਰੀ ਨੇ ਖੁਦ ਚੋਣ ਵਾਅਦਿਆਂ ਦਾ ਜੋ ਬਿਊਰਾ ਪੇਸ਼ ਕੀਤਾ ਹੈ ਉਸ ਦੇ ਮੁਤਾਬਕ ਤਾਂ 2017 ਦੀ ਚੋਣ ਦੇ ਵਿੱਚ ਪੰਜਾਬ ਦੇ ਲੋਕਾਂ ਦੇ ਨਾਲ ਕੀਤੇ ਗਏ 546 ਵਾਅਦਿਆਂ ਦੇ ਵਿੱਚੋਂ 455 ਪੂਰੇ ਕਰ ਦਿੱਤੇ ਗਏ ਨੇ। ਯਾਨੀ ਖੁਦ ਸਰਕਾਰ ਦਾ ਦਾਅਵਾ ਹੈ ਕਿ 84.6% ਚੋਣ ਵਾਅਦੇ ਪੂਰੇ ਹੋ ਚੁੱਕੇ ਨੇ। ਜਦੋਂ ਇੱਕ ਸ਼ੁਰੂਆਤ ਹੋਈ ਸੀ ਸਾਡੀ ਚੋਣ ਦੀ, ਇਹ ਡਰੱਗਸ ਦਾ ਇਸ਼ੂ ਮੇਜਰ ਇਸ਼ੂ ਸੀ, ਨੰਬਰ 1 ਇਸ਼ੂ ਸੀ। ਸਾਰੇ ਜਿੱਥੇ ਜਾਂਦੇ ਸੀ ਲੋਕਾਂ ਦੀ ਮੰਗ ਹੁੰਦੀ ਸੀ ਕਿ ਇਹ ਨਸ਼ਿਆਂ ਦੇ ਖਿਲਾਫ ਆਪਾਂ ਨੂੰ ਕੋਈ ਕਾਰਵਾਈ ਕਰਨੀ ਚਾਹੀਦੀ ਹੈ। ਇਹਦੇ ਵਾਸਤੇ ਅੱਜ ਤੱਕ 39,957 केस रजिस्टर किए गए हैं अंडर द NDPS एक्ट। 51,184 people have been arrested. 1,757 kgs of heroin have been recovered beside other contraband substances. 17 ਦੇ ਚੋਣ ਵਾਅਦਿਆਂ ਵਿੱਚ ਕਰਜ਼ ਮਾਫੀ ਤੋਂ ਲੈ ਕੇ ਨਸ਼ੇ ਤੇ ਨਕੇਲ, ਹਰ ਘਰ ਦੇ ਵਿੱਚ ਨੌਕਰੀ ਤੱਕ ਦੇ ਵਾਅਦੇ ਸ਼ਾਮਲ ਸਨ ਜੋ ਪਿਛਲੇ 4 ਸਾਲ ਦੇ ਦੌਰਾਨ ਸ਼ਰਤਾਂ ਦੇ ਵਿੱਚ ਥੋੜਾ ਬਹੁਤਾ ਬਦਲਾਅ ਦੇ ਨਾਲ ਹੀ ਸਹੀ ਪਰ ਜ਼ਮੀਨ ਤੇ ਉਤਰਦੇ ਦਿਖੇ ਨੇ। ਬਾਵਜੂਦ ਇਸ ਦੇ ਵਿਰੋਧੀ ਧਿਰਾਂ ਕਹਿੰਦੀਆਂ ਨੇ ਕਿ ਸਾਰੇ ਵਾਅਦੇ ਹਾਲੇ ਤੱਕ ਅਧੂਰੇ ਪਏ ਨੇ। ਕੈਪਟਨ ਨੇ ਝੂਠੀਆਂ ਸਹੁੰ ਖਾ ਕੇ ਲੋਕਾਂ ਦੀ ਭਾਵਨਾ ਨੂੰ ਠੇਸ ਮਚਾਈ ਹੈ ਤੇ ਦੇਣਾ ਕੀ ਸੀ ਪੰਜਾਬ ਨੂੰ ਤਬਾਹ ਕਰ। ਕੈਪਟਨ ਸਰਕਾਰ ਦੇ ਮੌਜੂਦਾ ਕਾਰਜਕਾਲ ਦਾ ਆਖਰੀ ਸਾਲ ਸ਼ੁਰੂ ਹੋ ਚੁੱਕਿਆ ਹੈ ਅਤੇ ਸਰਕਾਰ ਦਾ ਦਾਅਵਾ ਹੈ ਕਿ ਜੋ ਵਾਅਦੇ ਹਾਲੇ ਤੱਕ ਪੂਰੇ ਨਹੀਂ ਹੋਏ ਉਹਨਾਂ ਨੂੰ ਇਸ ਸਾਲ ਦੇ ਵਿੱਚ ਪੂਰਾ ਕਰ ਲਿਆ ਜਾਵੇਗਾ। ਪਰ ਸਵਾਲ ਤਾਂ ਹਰ ਕੋਈ ਇਹੀ ਪੁੱਛ ਰਿਹਾ ਹੈ ਕਿ ਆਖਰੀ ਸਾਲ तमाम ਵਾਅਦਿਆਂ ਨੂੰ ਹਕੀਕਤ ਵਿੱਚ ਤਬਦੀਲ ਕਰਨ ਦੇ ਲਈ ਕਾਫੀ ਹੈ। ਬਿਊਰੋ ਰਿਪੋਰਟ, ਨਿਊਜ਼ 18। इस सैगमेंट के असीं जिक्र करांगे कि 4 साल के कैप्टन सरकार के कार्यकाल के दौरान की कुछ होया, क्योंकि विरोधी बहुत सारे सवाल चुकते हैं पर एक वादा कैप्टन सरकार भी कर रही है कि 84.6% वादे पूरे हो गए।
ਇਸ ਸੈਗਮੈਂਟ ਦੇ ਵਿੱਚ ਮਹਿਮਾਨ ਸਾਡੇ ਨਾਲ ਜੁੜਨਗੇ। ਸਭ ਤੋਂ ਪਹਿਲਾਂ ਜਿਹੜੇ ਮਹਿਮਾਨ ਸਾਡੇ ਨਾਲ ਜੁੜ ਚੁੱਕੇ ਨੇ ਉਹਨਾਂ ਦੇ ਨਾਲ ਤਾਰੁਫ ਤੁਹਾਡਾ ਕਰਵਾ ਦਈਏ। ਸਾਡੇ ਨਾਲ ਵਿਰੋਧੀ ਧਿਰ ਦੇ ਆਗੂ ਆਮ ਆਦਮੀ ਪਾਰਟੀ ਦਾ ਵੱਡਾ ਚਿਹਰਾ ਹਰਪਾਲ ਚੀਮਾ ਜੀ ਜੁੜ ਰਹੇ ਨੇ। ਚੀਮਾ ਸਾਹਿਬ ਬਹੁਤ-ਬਹੁਤ ਸਵਾਗਤ ਹੈ ਅੱਜ ਦੀ ਇਸ ਚਰਚਾ ਦੇ ਵਿੱਚ ਸਮਾਂ ਦੇਣ ਦੇ ਲਈ, ਸਾਡੇ ਨਾਲ ਜੁੜਨ ਦੇ ਲਈ। ਬਹੁਤ-ਬਹੁਤ ਧੰਨਵਾਦ। ਬੀਜੇਪੀ ਦੇ ਕਾਂਗਰਸ ਦੇ ਵੀ ਨੁਮਾਇੰਦੇ ਸਾਡੇ ਨਾਲ ਕੁਝ ਹੀ ਪਲਾਂ ਦੇ ਵਿੱਚ ਜੁੜਨਗੇ। ਸ਼ੁਰੂਆਤ ਚੀਮਾ ਸਾਹਿਬ ਮੈਂ ਕਰਨ ਜਾ ਰਿਹਾ ਇਸੇ ਵਾਅਦੇ ਦੇ ਨਾਲ, ਜਾਂ ਕਹੀਏ ਕਿ ਇਸ ਵਾਅਦਿਆਂ ਦੇ ਉੱਤੇ ਕੀਤੇ ਗਏ ਦਾਅਵੇ ਦੇ ਨਾਲ। ਕਾਂਗਰਸ ਕਹਿੰਦੀ ਹੈ ਕਿ 84.6% ਵਾਅਦੇ ਅਸੀਂ ਕੰਪਲੀਟ ਕਰ ਦਿੱਤੇ, ਬਾ ਇੰਤਜ਼ਾਰ ਕਰੋ ਅਗਲੇ ਕੁਝ ਮਹੀਨਿਆਂ ਦੇ ਵਿੱਚ ਬਾਕੀ ਜਿਹੜੇ 14-15% ਵਾਅਦੇ ਨੇ ਉਹ ਵੀ ਪੂਰੇ ਕਰ ਦੇਣੇ ਨੇ। ਚੀਮਾ ਸਾਹਿਬ 4 ਸਾਲ ਦੇ ਕਾਰਜਕਾਲ ਨੂੰ, ਕੈਪਟਨ ਸਰਕਾਰ ਦੇ ਕਾਰਜਕਾਲ ਨੂੰ ਕਿਵੇਂ ਦੇਖ ਰਹੀ ਹੈ ਵਿਰੋਧੀ ਧਿਰ ਪਾਰਟੀ, ਵਿਰੋਧੀ ਧਿਰ ਦੇ ਆਗੂ? ਦੇਖੋ, ਕੈਪਟਨ ਸਾਹਿਬ ਦਾ ਵਾਅਦਾ ਸੀ 2017 ਦੇ ਵਿੱਚ, ਇਹਨਾਂ ਦੇ ਚੋਣ ਮੈਨੀਫੈਸਟੋ ਦੇ ਵਿੱਚ ਕਿਹਾ ਗਿਆ ਸੀ ਈਵਨ ਕਿ ਇੱਥੋਂ ਤੱਕ ਕਿ ਘਰਾਂ ਦੇ ਵਿੱਚ ਜਾ ਕੇ ਸਾਡੇ ਨੌਜਵਾਨ ਮੁੰਡੇ ਕੁੜੀਆਂ ਦੇ, ਸਾਡੇ ਬੱਚਿਆਂ ਦੇ ਫਾਰਮ ਭਰੇ ਗਏ ਸੀ ਕਿ ਤੁਹਾਡੀ ਯੋਗਤਾ ਕਿੰਨੀ ਆ, ਤੁਹਾਡੀ ਯੋਗਤਾ ਦੇ ਮੁਤਾਬਕ ਤੁਹਾਨੂੰ ਜਦੋਂ ਸਾਡੀ ਸਰਕਾਰ ਆਊਗੀ ਨੌਕਰੀ ਮਿਲੂਗੀ। ਯਾਨੀ ਕਿ ਘਰ ਘਰ ਰੁਜ਼ਗਾਰ ਦਾ, ਘਰ ਘਰ ਨੌਕਰੀ ਦਾ ਜਿਹੜਾ ਨਾਅਰਾ ਸੀਗਾ ਉਹ ਕੈਪਟਨ ਸਾਹਿਬ ਦਾ ਸੀਗਾ, ਉਹ ਪੰਜਾਬ ਵਿੱਚ ਕਾਂਗਰਸ ਪਾਰਟੀ ਦਾ ਸੀਗਾ। ਕੀ ਉਹ ਅੱਜ ਨਾਅਰਾ ਪੂਰਾ ਹੋ ਗਿਆ? ਕਿ ਅੱਜ ਪੰਜਾਬ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਮਿਲ ਗਿਆ? ਕੀ ਨੌਕਰੀਆਂ ਮਿਲ ਗਈਆਂ? ਮੈਂ ਹੈਰਾਨ ਆਗਾ ਕਿ ਕਹਿੰਦੇ ਨੇ ਕਿ ਨੌਕਰੀਆਂ ਦੇ ਰਹੇ ਅਸੀਂ। ਅੱਜ ਜਿਹੜੇ ਸਾਡੇ ਈਟੀਟੀ ਪਾਸ, ਟੈਟ ਪਾਸ ਅਧਿਆਪਕ ਸੰਗਰੂਰ ਦੇ ਵਿੱਚ ਬੈਠੇ ਨੇਗੇ, ਵਿਜੇਂਦਰ ਸਿੰਗਲਾ ਦੇ ਘਰ ਦੇ ਅੱਗੇ ਧਰਨਾ ਲਾਈ ਬੈਠੇ ਨੇ, ਡਿਪਟੀ ਕਮਿਸ਼ਨਰ ਦੇ ਘਰ ਦੇ ਅੱਗੇ ਧਰਨਾ ਲਾਈ। ਸੋ ਬੇਰੁਜ਼ਗਾਰ ਤਾਂ ਧਰਨੇ ਲਾਈ ਬੈਠੇ ਨੇ, ਇਹ ਕਹਿੰਦੇ ਸੀ ਰੁਜ਼ਗਾਰ ਦਿੱਤਾ। ਕਿੱਡਾ ਵੱਡਾ ਝੂਠ ਬੋਲਿਆ। ਅੱਜ ਚਾਹੇ ਪਟਿਆਲੇ ਦੇਖੋ, ਕੱਲ ਜਦੋਂ ਮੈਂ ਸਮਝਦਾ ਸਾਡਾ ਮਹਿਲਾ ਦਿਵਸ ਸੀ 8 ਤਰੀਕ ਨੂੰ, ਉਦੋਂ ਕਿਸ ਤਰ੍ਹਾਂ ਮਹਿਲਾਵਾਂ ਨੂੰ ਕੁੱਟਿਆ, ਕਿਸ ਤਰ੍ਹਾਂ ਆਂਗਣਵਾੜੀ ਵਰਕਰਾਂ ਨੂੰ, ਕਿਸ ਤਰ੍ਹਾਂ ਸਾਡੇ ਜਿਹੜੇ ਨੌਜਵਾਨ ਸਾਥੀ ਨੇ ਕਿਵੇਂ ਉਹਨਾਂ ਨੂੰ ਕੁੱਟਿਆ। ਰੁਜ਼ਗਾਰ ਦੇਣ ਦੀ ਥਾਂ ਡਾਂਗਾ ਪੈ ਰਹੀਆਂ ਨੇ, ਨੌਜਵਾਨਾਂ ਨੂੰ ਕੁੱਟਿਆ ਜਾ ਰਿਹਾ ਔਰ ਕੈਪਟਨ ਸਾਹਿਬ ਦਾਅਵੇ ਕਰਨਗੇ ਰੁਜ਼ਗਾਰ ਮਿਲ ਗਿਆ। ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇਵਾਂ ਕਿ ਮੇਰੇ ਹਲਕਾ ਦਿੜਬਾ ਦੇ ਵਿੱਚ ਜਿਹੜੇ ਅਧਿਕਾਰੀ ਗਏ ਉਹਨਾਂ ਨੇ ਕੀ ਕੀਤਾ, ਜਾ ਕੇ ਦੁਕਾਨਾਂ ਤੋਂ ਅੰਕੜਾ ਇਕੱਠਾ ਕੀਤਾ, ਜਾ ਕੇ ਜਿਹੜੇ ਛੋਟੀ ਛੋਟੀਆਂ ਫੈਕਟਰੀਆਂ ਤੋਂ ਅੰਕੜਾ ਇਕੱਠਾ ਕੀਤਾ, ਜਾ ਕੇ ਜਿਹੜਾ ਹੈਗਾ ਪੈਟਰੋਲ ਪੰਪਾਂ ਤੋਂ ਅੰਕੜਾ ਇਕੱਠਾ ਕੀਤਾ ਕਿ ਤੁਹਾਡੇ ਕਿੰਨੇ ਮੁਲਾਜ਼ਮ ਕੰਮ ਕਰਦੇ ਨੇ, ਨਾਮ ਦੱਸੋ, ਪਤੇ ਦੱਸੋ। ਉਹਨਾਂ ਦੇ ਨਾਮ ਪਤੇ ਲੈ ਕੇ ਪੋਰਟਲ ਤੇ ਚਾੜ੍ਹਤੇ ਕਿ ਅਸੀਂ ਨੌਕਰੀਆਂ ਦੇਤੀਆਂ, ਕਿ ਅਸੀਂ ਇਹ ਰੁਜ਼ਗਾਰ ਦੇਤਾ। ਸੋ ਮੇਰਾ ਕਹਿਣ ਦਾ ਭਾਵ ਹੈ ਟੋਟਲ 100% ਜਿਹੜਾ ਹੈਗਾ ਰੁਜ਼ਗਾਰ ਦੇਣ ਦਾ ਵਾਅਦਾ ਸੀ ਕੈਪਟਨ ਸਾਹਿਬ ਦਾ, ਬੁਰੀ ਤਰ੍ਹਾਂ ਫਲਾਪ ਹੋਇਆਗਾ। ਝੂਠੇ ਫਰਜ਼ੀ ਅੰਕੜੇ ਬਣਾਏ ਗਏ ਨੇਗੇ। ਫਰਜ਼ੀ ਅੰਕੜੇ ਨਾਲ ਪੰਜਾਬ ਦੇ ਲੋਕਾਂ ਦਾ ਢਿੱਡ ਨਹੀਂ ਭਰਨਾ, ਫਰਜ਼ੀ ਅੰਕੜੇ ਦੇ ਨਾਲ ਪੰਜਾਬ ਦੇ ਨੌਜਵਾਨਾਂ ਨੂੰ ਰੁਜ਼ਗਾਰ ਨਹੀਂ ਮਿਲਣਾ ਹੈਗਾ। ਸੋ ਇਸੇ ਤਰ੍ਹਾਂ ਦੂਜਾ ਵਾਅਦਾ ਸੀ ਪੰਜਾਬ ਦੇ ਨਾਲ ਵੱਡੇ ਆ, ਸਭ ਤੋਂ ਵੱਡਾ, ਕਿ ਪੰਜਾਬ ਦੇ ਕਿਸਾਨ ਦਾ 100% ਕਰਜ਼ਾ ਮਾਫ ਹੋਊਗਾ, ਚਾਹੇ ਉਹ ਪ੍ਰਾਈਵੇਟ ਬੈਂਕਾਂ ਦਾ ਗਾ, ਚਾਹੇ ਉਹ ਆੜਤੀਆਂ ਦਾ ਗਾ, ਚਾਹੇ ਸਹਿਕਾਰੀ ਬੈਂਕਾਂ ਦਾ, ਚਾਹੇ ਸਰਕਾਰੀ ਬੈਂਕਾਂ ਦਾ। ਇਹ ਵਾਅਦਾ ਸੀਗਾ, ਇਹ ਵਾਅਦਾ ਕੈਪਟਨ ਸਾਹਿਬ ਦਾ ਸੀ, ਚੋਣ ਮੈਨੀਫੈਸਟੋ ਦੇ ਵਿੱਚ ਸੀਗਾ ਔਰ ਲਿਖ ਕੇ ਕੀਤਾ ਸੀਗਾ। ਕਿਸਾਨਾਂ ਦੇ ਘਰਾਂ 'ਚ ਜਾ ਕੇ ਫਾਰਮ ਭਰੇ ਸੀਗੇ ਕਿ ਤੁਹਾਡਾ ਕਰਜ਼ਾ ਕਿੰਨਾ ਗਾ। ਲੋਕਾਂ ਨੇ ਬੜੀ ਖੁਸ਼ੀ ਪਾਰਤਾ ਕਿ ਸਾਡਾ 7 ਲੱਖ ਆ, ਕਿਸੇ ਨੇ 8 ਲੱਖ ਆ। ਤੇ ਅੰਤ ਵਿੱਚ ਕੀ ਹੋਇਆ? ਲਗਭਗ ਉਸ ਸਮੇਂ 90,000 ਕਰੋੜ ਦਾ ਕਰਜ਼ਾ ਬਣਦਾ ਸੀਗਾ ਔਰ 90,000 ਚੋਂ ਕਿੰਨਾ ਮਾਫ ਕੀਤਾ? ਸਿਰਫ 4,000 ਕਰੋੜ ਰੁਪਈਆ। ਬਜਟ ਦੇ ਵਿੱਚ ਕਿੰਨਾ ਰੱਖਿਆ ਸੀਗਾ? 700 ਕਰੋੜ ਰੁਪਈਆ। ਹੁਣ ਤੱਕ ਦੇ ਬਜਟ ਦੇ ਵਿੱਚ 700 ਰੱਖਿਆ ਸੀਗਾ, ਉਹ ਚ 4,000 ਹੋਇਆ। ਇੱਕ ਪੁਆਇੰਟ ਦੇ ਉੱਤੇ ਗੱਲ ਕਰ ਲਈ, ਇੱਕ ਪੁਆਇੰਟ ਤੇ ਗੱਲ ਕਰ ਲਈ। ਮੈਂ ਇੱਕ ਵਾਰੀ ਤੁਹਾਡੇ ਕੋਲ ਵਾਪਸ ਆਉਣਾ, ਜਿਹੜਾ ਤੁਸੀਂ EMPLOYMENT ਵਾਲਾ ਜ਼ਿਕਰ ਕਰ ਰਹੇ ਹੋ। ਦੇਖੋ, ਸਵੇਰ ਤੋਂ ਅਸੀਂ ਅੱਜ ਚਰਚਾ ਕਰ ਰਹੇ ਹਾਂ, ਚੋਣ ਨਗਾੜਾ ਅਸੀਂ ਪ੍ਰੋਗਰਾਮ ਨੂੰ ਨਾਮ ਦਿੱਤਾ ਹੈ, ਇਲੈਕਸ਼ਨ ਈਅਰ ਦੇ ਵਿੱਚ ਕਦਮ ਰੱਖ ਚੁੱਕੇ ਹਾਂ, ਸਾਰੇ ਜਾਣਦੇ ਹਾਂ 2022 ਬਹੁਤ ਨੇੜੇ ਹੈ। ਹੁਣ ਸਵਾਲ ਇਹ ਹੈ ਕਿ ਵਾਕਈ EMPLOYMENT ਵਾਅਦਾ ਜੋ ਵੀ ਕੀਤਾ, ਮੈਂ ਉਸ ਦੇ ਉੱਤੇ ਵੀ ਜਾਊਂਗਾ, ਪਰ ਕੀ ਵਾਕਈ ਪ੍ਰੈਕਟੀਕਲ ਪੋਸੀਬਲ ਹੈ ਕਿ ਹਰ ਘਰ ਦੇ ਵਿੱਚ ਜਾ ਕੇ ਨੌਕਰੀ ਦੇ ਦਿੱਤੀ ਜਾਵੇ? ਪਰਮਿੰਦਰ ਢੀਂਡਸਾ ਸਵੇਰੇ ਜੁੜੇ ਹੋਏ ਸੀ, ਉਹ ਕਹਿੰਦੇ ਕਿ ਵਾਕਈ ਤੁਸੀਂ ਸੋਚ ਕੇ ਦੇਖੋ ਕਿ 55 ਲੱਖ ਪਰਿਵਾਰ ਨੇ ਪੰਜਾਬ ਦੇ ਵਿੱਚ, ਜੇ ਅਸੀਂ ਪਰਿਵਾਰਾਂ ਦਾ ਜ਼ਿਕਰ ਕਰਦੇ ਹਾਂ, ਸਭ ਤੱਕ ਨੌਕਰੀਆਂ ਕਿਵੇਂ ਪਹੁੰਚ ਸਕਦੀਆਂ ਨੇ, ਸਾਨੂੰ ਸਾਰਿਆਂ ਨੂੰ ਸਮਝਣਾ ਵੀ ਹੋਏਗਾ। ਸੁਖਪਾਲ ਖਹਿਰਾ ਸੀ, ਉਹ ਵੀ ਜ਼ਿਕਰ ਕਰਦੇ ਨਜ਼ਰ ਆਏ, ਤੁਹਾਡੇ ਪੁਰਾਣੇ ਸਾਥੀ ਨੇ, ਖੈਰ ਟੈਕਨੀਕਲੀ ਤਾਂ ਸ਼ਾਇਦ ਹੁਣ ਵੀ ਸਾਥੀ ਨੇ, ਪਰ ਉਹ ਜ਼ਿਕਰ ਕਰਦੇ ਨਜ਼ਰ ਆਏ ਨੇ ਕਿ ਪ੍ਰੈਕਟੀਕਲੀ ਇਹ ਚੀਜ਼ਾਂ ਪੋਸੀਬਲ ਨਹੀਂ ਹੈਗੀਆਂ। ਤਾਂ ਜੇਕਰ ਪ੍ਰਾਈਵੇਟ EMPLOYMENT ਜਨਰੇਟ ਕਰ ਦਿੱਤਾ ਜਾਂ ਫਿਰ ਕੋਈ ਸਵੈ ਰੋਜ਼ਗਾਰ ਵਾਲਾ ਪੂਰਾ ਮਾਮਲਾ ਜਨਰੇਟ ਕਰਨ ਦੇ ਵਿੱਚ ਸਰਕਾਰ ਕਾਮਯਾਬ ਰਹੀ ਹੈ, ਕਿ ਉਸ ਨੂੰ ਨਾ ਐਡ ਕੀਤਾ ਜਾਵੇ, ਸਿਰਫ ਸਰਕਾਰੀ ਨੌਕਰੀ ਤੇ ਫੋਕਸ? ਦੇਖੋ, ਜਿਹੜਾ ਘਰ ਘਰ ਰੁਜ਼ਗਾਰ ਦਾ ਨਾਅਰਾ ਕਿਹਦਾ ਸੀਗਾ? ਕਾਂਗਰਸ ਪਾਰਟੀ ਦਾ ਸੀਗਾ। ਇਹ ਨਾਅਰਾ ਕਿਹਦਾ ਸੀਗਾ? ਕੈਪਟਨ ਸਾਹਿਬ ਦਾ ਸੀਗਾ, ਕਿਉਂਕਿ ਬਤੌਰ ਮੁੱਖ ਮੰਤਰੀ ਨੂੰ ਕਾਂਗਰਸ ਪਾਰਟੀ ਨੇ ਉਹਨਾਂ ਨੂੰ ਪੇਸ਼ ਕੀਤਾ ਸੀਗਾ। ਇਹ ਨਾਅਰਾ ਸੀ ਇਹਨਾਂ ਦਾ। ਇਹਨਾਂ ਨੇ ਸਾਰੇ ਅੰਕੜੇ ਦੇਖਣੇ ਸੀਗੇ। ਔਰ ਦੂਜੀ ਵੱਡੀ ਗੱਲ ਆ, ਬਿਲਕੁਲ ਤੁਹਾਡੀ ਗੱਲ ਠੀਕ ਹੈ ਕਿ ਪੋਸੀਬਲ ਨਹੀਂ ਕਿ 100% ਰੁਜ਼ਗਾਰ ਜਿਹੜਾ ਸਰਕਾਰੀ ਮਿਲ ਜੇ, ਪਰ ਲੇਕਿਨ ਕੀ ਪੰਜਾਬ 'ਚ ਇੰਡਸਟਰੀ ਆ ਗਈ? ਕੀ ਪੰਜਾਬ 'ਚ ਇੰਡਸਟਰੀ ਲਿਆਂਦੀ ਆ ਹੁਣ ਤੱਕ? 4 ਸਾਲਾਂ ਵਿੱਚ ਦੱਸੋ ਮੈਨੂੰ ਕਿਹੜਾ ਵੱਡਾ ਯੂਨਿਟ ਜਿਹੜਾ ਪੰਜਾਬ 'ਚ ਲੱਗਿਆ ਹੋਵੇ? ਪੰਜਾਬ 'ਚ ਤਾਂ ਇੰਡਸਟਰੀ ਛੱਡ ਕੇ ਬਾਹਰ ਨੂੰ ਜਾ ਰਹੀ ਆ। ਕੀ ਪੰਜਾਬ ਵਿੱਚ ਜਿਹੜਾ ਟਰਾਂਸਪੋਰਟ ਦੇ ਖੇਤਰ ਦੇ ਵਿੱਚ ਜਿਹੜਾ ਮੈਂ ਸਮਝਦਾ ਰੁਜ਼ਗਾਰ ਮਿਲਣਾ ਚਾਹੀਦਾ ਸੀ, ਕਿ ਜਿਹੜੀਆਂ ਅੱਜ ਇੱਕ ਵੱਡੇ ਘਰਾਣਿਆਂ ਦੀਆਂ 80% ਬੱਸਾਂ ਪ੍ਰਾਈਵੇਟ ਚੱਲ ਰਹੀਆਂ ਨੇਗੀਆਂ, ਕੀ ਉਹਨਾਂ ਨੂੰ ਸਰਕਾਰੀ ਕਰਨ ਦਾ ਯਤਨ ਕੀਤਾ? ਕਿ ਉੱਥੇ ਪਬਲਿਕ ਸੈਕਟਰ ਲੈ ਕੇ ਆਉਣ ਦਾ ਯਤਨ ਕੀਤਾ? ਜਿਹੜੀ ਸਾਡੀ PRTC ਚੱਲ ਰਹੀ ਆ ਜਾਂ ਰੋਡਵੇਜ਼ ਚੱਲ ਰਹੀ ਆ ਜਾਂ ਪਨਬਸ ਚੱਲ ਰਹੀ ਆ, ਕਿ ਉਹ ਜਿਹੜੀ ਹੈਗੇ ਬੰਦ ਹੋਣ ਦੇ ਕਿਨਾਰੇ ਨਹੀਂ ਖੜੀਆਂ?
ਕਿ ਇਨਫੋਟੈਕ ਦੀ ਗੱਲ ਕਰ ਲਈਏ, ਕਿ ਹੋਰ JCT ਦੀ ਗੱਲ ਕਰ ਲਈਏ, ਜਿਹੜੀਆਂ ਕੰਪਨੀਆਂ ਸਰਕਾਰ ਦੀ ਭਾਈਵਾਲ ਨਾਲ ਚੱਲਦੀਆਂ ਸੀ ਕਿ ਉਹ ਬੰਦ ਹੋਣ ਦੇ ਕਿਨਾਰੇ ਨਹੀਂ ਹੈਗੀਆਂ, ਬਹੁਤ ਸਾਰੀਆਂ ਬੰਦ ਹੋ ਗਈਆਂ। ਸੋ ਜਿਹੜਾ ਰੁਜ਼ਗਾਰ ਕਿੱਥੋਂ ਪੈਦਾ ਹੋਣਾਗਾ? ਰੁਜ਼ਗਾਰ ਪੈਦਾ ਹੋਣਾਗਾ ਸਰਕਾਰ ਨੇ ਪੈਦਾ ਕਰਨਾ। ਰੁਜ਼ਗਾਰ ਹੋਊਗਾ ਪੈਦਾ ਜੇ ਸਾਡੇ ਇੰਡਸਟਰੀ ਆਊਗੀ, ਜੇ ਸਾਡੇ ਲਘੂ ਉਦਯੋਗ ਜਿਹੜਾ ਉਤਸ਼ਾਹਿਤ ਹੋਊਗਾ, ਜੇ ਸਾਡੇ ਅੱਜ ਪੰਜਾਬ ਵਿੱਚ ਮੈਂ ਸਮਝਦਾ ਜਿਹੜੀਆਂ ਸਾਡੀਆਂ ਅੱਜ ਜਿਹੜੀ ਇੱਕ ਸ਼ਰਾਬ ਆ, ਜੇਕਰ ਸ਼ਰਾਬ ਦੀ ਕਾਰਪੋਰੇਸ਼ਨ ਬਣ ਜਾਂਦੀ, ਕਿਉਂਕਿ ਕੈਪਟਨ ਸਾਹਿਬ ਦਾ ਵਾਅਦਾ ਸੀਗਾ ਕਿ ਮੈਂ ਸ਼ਰਾਬ ਦੀ ਕਾਰਪੋਰੇਸ਼ਨ ਬਣਾਉਂਗਾ, ਜੇ ਅੱਜ ਮਾਈਨਿੰਗ ਦੀ ਕਾਰਪੋਰੇਸ਼ਨ ਬਣ ਜਾਂਦੀ ਤਾਂ ਮੈਂ ਸਮਝਦਾ ਜੇ ਅੱਜ ਟਰਾਂਸਪੋਰਟ ਦੀ ਪਾਲਿਸੀ ਆ ਜਾਂਦੀ ਏ, ਜੇ ਅੱਜ ਟਰਾਂਸਪੋਰਟ ਦੀ ਪਾਲਿਸੀ ਆ ਜਾਂਦੀ ਜਾਂ ਕਾਰਪੋਰੇਸ਼ਨਾਂ ਬਣ ਜਾਂਦੀਆਂ ਤਾਂ ਮੈਂ ਸਮਝਦਾ ਘੱਟੋ ਘੱਟ ਲੱਖਾਂ ਹੀ ਵਿਅਕਤੀਆਂ ਨੂੰ ਹੋਰ ਰੁਜ਼ਗਾਰ ਮਿਲ ਜਾਣਾ ਸੀਗਾ। ਬਹੁਤ ਸਾਰੇ ਸੂਬਿਆਂ ਦੇ ਵਿੱਚ ਇਹ ਮਾਡਲ ਸਕਸੈਸਫੁਲ ਚੱਲ ਰਿਹਾ ਹੈਗਾ। ਮੈਂ ਬਾਹਰ ਫਿਰ ਤੁਸੀਂ ਕਹੋਗੇ ਕਿ ਜ਼ਿਕਰ ਕਰਦਾ ਕਿ ਦਿੱਲੀ ਦੇ ਵਿੱਚ ਜਿਹੜੀ ਸਾਡੀ ਕਾਰਪੋਰੇਸ਼ਨ ਆ, ਜਾਂ ਤਾਮਿਲਨਾਡੂ ਦੇ ਵਿੱਚ ਜਿਹੜੀ ਸ਼ਰਾਬ ਦੀ ਕਾਰਪੋਰੇਸ਼ਨ ਆ, ਜਾਂ ਤੇਲੰਗਾਨਾ ਦੇ ਵਿੱਚ ਜਿਹੜੀ ਮਾਈਨਿੰਗ ਦੀ ਕਾਰਪੋਰੇਸ਼ਨ ਆ, ਇਹ ਵਾਅਦੇ ਨਵਜੋਤ ਸਿੰਘ ਸਿੱਧੂ ਨੇ ਵੀ ਕੀਤੇ ਸੀਗੇ। ਉਹਨਾਂ ਨੇ ਕਈ ਵਾਰ ਸੁਝਾਅ ਵੀ ਦਿੱਤਾਗਾ। ਇਹ ਕੈਪਟਨ ਸਾਹਿਬ ਦੇ ਵਾਅਦੇ ਨੇ, ਚੋਣ ਮੈਨੀਫੈਸਟੋ ਦੇ ਵਾਅਦੇ ਨੇਗੇ। ਜੇ ਉਹ ਬਣ ਜਾਂਦੀਆਂ, ਜੇ ਉਹ ਕਾਰਪੋਰੇਸ਼ਨਾਂ ਬਣ ਜਾਂਦੀਆਂ ਤਾਂ ਮੈਂ ਸਮਝਦਾ ਵੱਡੀ ਪੱਧਰ ਤੇ ਰੁਜ਼ਗਾਰ ਜਿਹੜਾ ਹੈਗਾ ਜਨਰੇਟ ਹੋ ਜਾਣਾ ਸੀਗਾ। ਉਹ ਨੌਜਵਾਨ ਸਾਡੇ ਮੁੰਡੇ ਕੁੜੀਆਂ ਨੂੰ ਮਿਲਣਾ ਸੀਗਾ। ਹੁਣ ਉਹ ਚੰਦ ਘਰਾਣਿਆਂ ਦੇ ਹੱਥ ਦੇ ਵਿੱਚ ਆ, ਚੰਦ ਪਰਿਵਾਰਾਂ ਦੇ ਹੱਥ ਦੇ ਵਿੱਚ ਆ। ਜੇ ਆਪਾਂ ਟਰਾਂਸਪੋਰਟੇਸ਼ਨ ਦੀ ਗੱਲ ਕਰ ਲਈਏ, ਜੇ ਆਪਾਂ ਮੈਂ ਸਮਝਦਾ ਇਸ ਤੇ ਆ ਜਾਈਏ ਕਿ ਅੱਜ ਪ੍ਰਾਈਵੇਟ ਬੱਸਾਂ ਕਿੰਨੀਆਂ ਹੋ ਗਈਆਂ। ਉਹੀ ਬੱਸਾਂ ਜਿਹੜੀਆਂ ਪ੍ਰਾਈਵੇਟ ਚੱਲ ਰਹੀਆਂ ਨੇ, ਜੇਕਰ ਤੁਸੀਂ ਉਹਨਾਂ ਦਾ ਨਿੱਜੀਕਰਨ ਜਿਹੜਾ ਹੋ ਰਿਹਾ ਹੈਗਾ ਉਹਨੂੰ ਬੰਦ ਕਰਕੇ ਉਹਨੂੰ ਪਬਲਿਕ ਸੈਕਟਰ 'ਚ ਤਬਦੀਲ ਕਰੋਗੇ, ਜੇਕਰ ਸਾਡੀਆਂ ਕਾਰਪੋਰੇਸ਼ਨਾਂ ਮਜ਼ਬੂਤ ਕਰੋਗੇ ਤਾਂ ਮੈਂ ਸਮਝਦਾ ਸਾਡੇ ਬਹੁਤ ਸਾਰੇ ਨੌਜਵਾਨ ਮੁੰਡੇ ਕੁੜੀਆਂ ਕੰਮ ਕਰ ਸਕਦੇ ਨੇਗੇ। ਇਸੇ ਤਰ੍ਹਾਂ ਸ਼ਰਾਬ ਦੀ ਕਾਰਪੋਰੇਸ਼ਨ ਦੀ ਗੱਲ ਆ, ਮੈਂ ਫਿਰ ਦੁਹਰਾਉਣਾਗਾ, ਜੇਕਰ ਸ਼ਰਾਬ ਦੀ ਕਾਰਪੋਰੇਸ਼ਨ ਬਣ ਜੂਗੀ ਤਾਂ ਇੱਕ ਪਾਸੇ ਤਾਂ ਪੰਜਾਬ ਦਾ ਮਾਲੀਆ ਵਧੂਗਾ। ਪੰਜਾਬ ਦੀ ਜਿਹੜਾ ਅੱਜ ਬਾਰ-ਬਾਰ ਕਹਿੰਦੇ ਨੇ ਪੰਜਾਬ ਦੇ ਫਾਈਨਾਂਸ ਮਿਨਿਸਟਰ ਕਿ ਪੰਜਾਬ ਦਾ ਖਜ਼ਾਨਾ ਖਾਲੀ ਆ ਜੀ, ਪੰਜਾਬ ਦਾ ਖਜ਼ਾਨਾ ਖਾਲੀ ਆ, ਉਹ ਖਜ਼ਾਨਾ ਭਰਨਾ ਸ਼ੁਰੂ ਹੋਊਗਾ। ਅੱਜ ਦੇਖੋ ਤੁਸੀਂ ਜਾ ਕੇ ਕਿਸੇ ਵੀ ਜਗ੍ਹਾ ਤੇ ਪਹੁੰਚ ਜਾਓ, ਤੁਸੀਂ ਅਨੰਦਪੁਰ ਸਾਹਿਬ ਪਹੁੰਚ ਜਾਓ, ਤੁਸੀਂ ਮਕੇਰੀਆਂ ਪਹੁੰਚ ਜਾਓ, ਤੁਸੀਂ ਫਿਰੋਜ਼ਪੁਰ ਪਹੁੰਚ ਜਾਓ, ਤੁਸੀਂ ਜਗਰਾਓਂ ਦੇ ਇਲਾਕਿਆਂ 'ਚ ਪਹੁੰਚ ਜਾਓ। ਹਰ ਜਗ੍ਹਾ ਦੇ ਵਿੱਚ ਜਿਹੜਾ ਹੈਗਾ ਮਾਈਨਿੰਗ ਹੋ ਰਹੀ ਆ, ਗੈਰ ਕਾਨੂੰਨੀ ਮਾਈਨਿੰਗ ਹੋ ਰਹੀ ਆ। ਬਹੁਤ ਸਾਰੇ ਚਮਕੌਰ ਸਾਹਿਬ ਦੇ ਵਿੱਚ ਬਹੁਤ ਵੱਡੀ ਪੱਧਰ ਤੇ ਮਾਈਨਿੰਗ ਹੋ ਰਹੀ ਆ, ਸਤਲੁਜ ਦੇ ਕਿਨਾਰਿਆਂ ਤੇ ਮਾਈਨਿੰਗ ਹੋ ਰਹੀ ਆ, ਬਿਆਸ ਦੇ ਕਿਨਾਰਿਆਂ ਤੇ ਮਾਈਨਿੰਗ ਹੋ ਰਹੀ ਆ। ਜੇਕਰ ਇਸ ਮਾਈਨਿੰਗ ਦੇ ਉੱਤੇ ਕਾਰਪੋਰੇਸ਼ਨ ਬਣ ਜਾਵੇ, ਮੈਂ ਸਮਝਦਾ ਤਾਂ ਪੰਜਾਬ ਦੇ ਵਿੱਚ ਕਰੋੜਾਂ ਰੁਪਏ ਦਾ ਮਾਲੀਆ ਇਕੱਠਾ ਹੋ ਸਕਦਾ ਔਰ ਬਹੁਤ ਸਾਰੇ ਨੌਜਵਾਨਾਂ ਨੂੰ ਰੁਜ਼ਗਾਰ ਮਿਲ ਸਕਦਾ। ਰੁਜ਼ਗਾਰ ਦੇ ਸਾਧਨ ਤਾਂ ਸਰਕਾਰ ਨੇ ਪੈਦਾ ਕਰਨੇ ਹੁੰਦੇ ਨੇਗੇ। ਸਰਕਾਰ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੀ ਆ ਕਿ ਅਸੀਂ ਸਰਕਾਰੀ ਨੌਕਰੀਆਂ ਨਹੀਂ ਦੇ ਸਕਦੇ। ਜੇਕਰ ਤੁਸੀਂ ਸਰਕਾਰੀ ਨੌਕਰੀਆਂ ਨਹੀਂ ਦੇ ਸਕਦੇ ਤਾਂ ਘੱਟੋ ਘੱਟ ਕਾਰਪੋਰੇਸ਼ਨਾਂ ਬਣਾ ਕੇ ਜਿਨ੍ਹਾਂ ਨੂੰ ਉਹਦੇ ਵਿੱਚ ਵੱਡੀ ਪੱਧਰ ਤੇ ਰੁਜ਼ਗਾਰ ਪੈਦਾ ਕੀਤਾ ਜਾ ਸਕਦਾਗਾ। ਕਿ ਇਹਨਾਂ ਦਾ ਜਿਹੜਾ ਵਾਅਦਾ ਸੀਗਾ ਕਿ ਅਸੀਂ ਜੇਕਰ ਰੁਜ਼ਗਾਰ ਨਾ ਦੇ ਸਕੇ ਤਾਂ ਤੁਹਾਨੂੰ 2500 ਰੁਪਏ ਜਿਹੜਾ ਹੈਗਾ ਰੁਜ਼ਗਾਰਾ ਭੱਤਾ ਦੇਵਾਂਗੇ, ਬੇਰੁਜ਼ਗਾਰੀ ਭੱਤਾ ਦੇਵਾਂਗੇ, ਕਿ ਉਹ ਬੇਰੁਜ਼ਗਾਰੀ ਭੱਤਾ ਮਿਲ ਗਿਆ 2500 ਰੁਪਇਆ। ਸੋ ਇਹ ਦੇਖੋ ਆਪਣੀ ਜ਼ਿੰਮੇਵਾਰੀ ਤੋਂ ਬਚਣਾ ਹੁੰਦਾਗਾ। ਸਰਕਾਰ ਆਪਣੀ ਜ਼ਿੰਮੇਵਾਰੀ ਬਚਦੀ ਹੈ ਬਾਅਦ ਦੇ ਵਿੱਚ, ਪਹਿਲਾਂ ਵਾਅਦੇ ਕਰਦੀ ਆ। ਜਦੋਂ ਵਾਅਦੇ ਕਰ ਰਹੀ ਸੀ ਕਿ ਉਸ ਸਮੇਂ ਇਹਨਾਂ ਨੂੰ ਪੰਜਾਬ ਦੇ ਮਾਲੀ ਹਾਲਤ ਨਹੀਂ ਦਿਖ ਰਹੇ ਸੀਗੇ, ਕਿਉਂਕਿ ਇਸ ਤੋਂ ਪਹਿਲਾਂ 2002 ਤੋਂ ਲੈ ਕੇ 2007 ਤੱਕ ਪੰਜਾਬ ਦੇ ਵਿੱਚ ਕੈਪਟਨ ਸਾਹਿਬ ਦੀ ਸਰਕਾਰ ਸੀ, ਕਾਂਗਰਸ ਪਾਰਟੀ ਦੀ ਸਰਕਾਰ ਸੀ, ਉਦੋਂ ਵੀ ਲਗਭਗ 47,000 ਕਰੋੜ ਲੈ ਕੇ ਚੜਾ ਗਏ ਸੀ। ਕੀ ਰੋਡ ਮੈਪ ਹੈ ਉਹ ਕਿਤੇ ਨਾ ਕਿਤੇ ਤੁਸੀਂ ਦੱਸਣ ਦੀ ਕੋਸ਼ਿਸ਼ ਕੀਤੀ ਹੈ, ਇਨਡਾਇਰੈਕਟਲੀ ਸਹੀ, ਪਰ ਤੁਸੀਂ ਇਹ ਰੋਡ ਮੈਪ ਦੱਸਣ ਦੀ ਕੋਸ਼ਿਸ਼ ਕੀਤੀ ਹੈ। ਦੇਖੋ ਮੇਰਾ ਇੱਕ ਹੋਰ ਸਵਾਲ ਹੈ ਕਿਸਾਨੀ ਨੂੰ ਲੈ ਕੇ। ਤੁਸੀਂ ਕਿਹਾ ਕਿ 90,000 ਕਰੋੜ ਦਾ ਵਾਅਦਾ ਸੀ ਤੇ ਦੇਖੋ 4-5 ਹਜ਼ਾਰ ਕਰੋੜ ਰੁਪਇਆ ਕੀਤਾ, ਪਰ ਕਾਂਗਰਸ ਕਹਿੰਦੀ ਹੈ ਕਿ ਦੇਖੋ ਕਿਸੇ ਦੇ ਖਾਤੇ ਦੇ ਵਿੱਚ ਪੈਸੇ ਤਾਂ ਗਏ, ਕਿਸੇ ਨੂੰ ਤਾਂ ਮਿਲਿਆ ਕੁਝ, ਕਿ ਹੁਣ ਤੱਕ ਸਰਕਾਰਾਂ ਨੇ ਕੁਝ ਕੀਤਾ ਹੀ ਨਹੀਂ। ਇਹ ਇਲਜ਼ਾਮ ਲਗਾਉਂਦੇ ਨੇ ਕਿ ਵਾਕਈ ਹੀ ਇਸ ਤਰੀਕੇ ਨਾਲ ਤੁਸੀਂ ਦਿੱਲੀ ਵਾਲਾ ਮਾਡਲ ਕੰਪੇਅਰ ਕਰਦੇ ਹੋ ਹਮੇਸ਼ਾ। ਹੁਣ ਕਾਂਗਰਸ ਇਸ ਗੱਲ ਦੇ ਉੱਤੇ ਵੀ ਆ ਜਾਂਦੀ ਹੈ। ਥੋੜੀ ਦੇਰ ਵਿੱਚ ਕਾਂਗਰਸ ਦੇ ਬੁਲਾਰੇ ਸਾਡੇ ਨਾਲ ਹੋਣਗੇ, ਸਵੇਰ ਤੋਂ ਜ਼ਿਕਰ ਕਰ ਰਹੇ ਨੇ, ਮੈਂ ਇਸ ਕਰਕੇ ਸਵਾਲ ਵੀ ਪੁੱਛ ਰਿਹਾ। ਦੇਖੋ ਕਾਂਗਰਸ ਇਹ ਵੀ ਕਹਿ ਰਹੀ ਹੈ ਕਿ ਦਿੱਲੀ ਨਾਲ ਸਾਨੂੰ ਕੰਪੇਅਰ ਨਾ ਕਰੋ ਪੰਜਾਬ ਨੂੰ, ਕਿ ਪੁੱਛੋ ਦਿੱਲੀ ਵਾਲਿਆਂ ਨੂੰ ਕਿ ਉਹਨਾਂ ਨੇ ਕਿੰਨੇ ਕਿਸਾਨਾਂ ਨੂੰ ਬਿਜਲੀ ਤੇ ਸਬਸਿਡੀ ਦੇ ਦਿੱਤੀ, ਪੁੱਛੋ ਦਿੱਲੀ ਵਾਲਿਆਂ ਨੂੰ ਕਿ ਉਹਨਾਂ ਨੇ ਕਿੰਨੀ ਸਬਸਿਡੀ ਜਿਹੜੇ ਖਾਦਾਂ ਦੇ ਉੱਤੇ ਦੇ ਦਿੱਤੀ, ਕਿ ਅਸੀਂ ਵੱਖ-ਵੱਖ ਥਾਵਾਂ ਤੇ ਕਿੰਨੀ ਇੰਡਸਟਰੀ ਨੂੰ ਦੇ ਦਿੱਤੀ। ਇਹ ਸਾਰੇ ਗੱਲ ਕਹਿ ਰਹੇ ਨੇ ਕਿ ਤੁਸੀਂ ਉੱਥੇ ਦੇਖੋ ਅਰਬਨ ਹੈ, ਇੱਥੇ ਆ ਕੇ ਦੇਖੋ ਬਹੁਤ ਵੱਡਾ ਖਿੱਤਾ ਪਿੰਡੂ ਇਲਾਕਿਆਂ ਦਾ, ਤੁਸੀਂ ਕੰਪੇਅਰ ਕਰਦੇ ਹੋ। ਮੈਂ ਕਿਸਾਨਾਂ ਵਾਲੇ ਇਸ਼ੂ ਤੇ ਰਹਿਣਾ ਕਿ ਕਿਸਾਨਾਂ ਦੇ ਖਾਤਿਆਂ 'ਚ ਜੇਕਰ ਪੈਸੇ ਗਏ, ਠੀਕ ਹੈ, ਵਾਅਦਾ ਜੋ ਸੀ ਉਹ ਪੂਰਾ ਨਹੀਂ ਹੋਇਆ, ਉਹ ਜ਼ਰੂਰ ਮੰਨਦੇ ਨੇ ਜਿਹੜੇ ਕਾਂਗਰਸ ਦੇ ਆਗੂ ਨੇ ਉਹ ਵੀ, ਪਰ ਤੁਹਾਨੂੰ ਲੱਗਦਾ ਕਿ ਸ਼ੁਰੂਆਤ ਹੋ ਗਈ ਹੈ ਕਿ ਅੱਗੇ ਜਿਹਦੀ ਵੀ ਸਰਕਾਰ ਹੋਏਗੀ ਉਹਦੇ ਸਾਹਮਣੇ ਤਾਂ ਚੈਲੰਜ ਹੋਏਗਾ ਕਿ ਤੁਸੀਂ ਵੀ ਇਹਨੂੰ ਕੰਟੀਨਿਊ ਕਰੋ, ਇਸ ਤਰੀਕੇ ਨਾਲ ਕਰਜ਼ ਮਾਫੀ ਨੂੰ ਜਾਰੀ ਰੱਖੋ। ਦੇਖੋ ਇਹ ਦਿੱਲੀ ਦੀ ਗੱਲ ਕਰਦੇ ਨੇ, ਲਗਭਗ 74% ਲੋਕਾਂ ਦਾ, ਦਿੱਲੀ ਦੇ ਰਹਿਣ ਵਾਲੇ 74% ਨਿਵਾਸੀਆਂ ਦਾ ਬਿੱਲ ਜਿਹੜਾ ਉਹ ਜ਼ੀਰੋ ਆਉਂਦਾਗਾ। ਉੱਥੇ ਸਭ ਤੋਂ ਸਸਤੀ ਬਿਜਲੀ ਜੇਕਰ ਹੈਗੀ ਆ ਤਾਂ ਦਿੱਲੀ ਨਿਵਾਸੀਆਂ ਨੂੰ ਮਿਲਦੀ ਆ। ਇਹ ਕੈਪਟਨ ਸਾਹਿਬ ਦਾ ਵਾਅਦਾ ਸੀਗਾ ਕਿ ਜਦੋਂ ਅਸੀਂ ਪੰਜਾਬ ਚ ਆਵਾਂਗੇ, ਜਿਹੜੇ ਪਾਵਰ ਪਰਚੇਜ ਐਗਰੀਮੈਂਟ, ਜਿਹੜੇ ਮਹਿੰਗੀ ਬਿਜਲੀ ਖਰੀਦਣ ਦੇ ਐਗਰੀਮੈਂਟ ਜਿਹੜੇ ਹੈਗੇ ਨੇ ਸ਼੍ਰੋਮਣੀ ਅਕਾਲੀ ਦਲ ਤੇ ਬੀਜੇਪੀ ਦੀ ਸਰਕਾਰ ਨੇ ਕੀਤੇ ਨੇਗੇ, ਜਦੋਂ ਸਾਡੀ ਸਰਕਾਰ ਆਊਗੀ ਤਾਂ ਅਸੀਂ ਉਹਨਾਂ ਪਾਵਰ ਪਰਚੇਜ ਐਗਰੀਮੈਂਟਾਂ ਨੂੰ ਰੱਦ ਕਰਾਂਗੇ, ਰੱਦ ਕਰਕੇ ਸਸਤੀ ਬਿਜਲੀ ਦੇਵਾਂਗੇ। ਔਰ ਮੈਂ ਦੱਸਦਾ ਤੁਹਾਨੂੰ ਕਿ ਪੰਜਾਬ ਦੀ ਵਿਧਾਨ ਸਭਾ ਦੇ ਲਾਸਟ ਜਿਹੜਾ ਵਿਧਾਨ ਸਭਾ ਸੈਸ਼ਨ ਹੋਇਆ ਸੀਗਾ, ਉਸ ਦੇ ਵਿੱਚ ਜਿਹੜਾ ਕੈਪਟਨ ਸਾਹਿਬ ਜਦੋਂ ਆਏ ਸੀਗੇ, ਆ ਕੇ ਇਸ ਤਰ੍ਹਾਂ ਇੱਕ ਕਿਤਾਬ ਲਹਿਰਾ ਕੇ ਕਹਿੰਦੇ ਕਿ ਮੈਂ ਵਾਈਟ ਪੇਪਰ ਤਿਆਰ ਕਰ ਲਿਆ, ਇਸ ਵਾਈਟ ਪੇਪਰ ਦੇ ਵਿੱਚ ਅਕਾਲੀ ਦਲ ਨੇ ਜੋ ਕੁਝ ਕੀਤਾ,
ਜਿਸ ਤਰ੍ਹਾਂ ਪੰਜਾਬ ਨੂੰ ਬਰਬਾਦ ਕੀਤਾ, ਖਾਸ ਕਰਕੇ ਬਿਜਲੀ ਮਹਿਕਮੇ ਦੇ ਰਾਹੀਂ, ਉਹ ਮੈਂ ਜਿਹੜਾ ਹੈਗਾ ਅਗਲੇ ਬਜਟ ਸੈਸ਼ਨ 'ਚ ਲੈ ਕੇ ਆਉਂਗਾ। ਉਦੋਂ ਬਾਅਦ ਚੁੱਪ ਕਰਕੇ ਬੈਠ ਕੇ, ਕਿਉਂਕਿ ਇਹ ਹਮੇਸ਼ਾ ਹਰ ਇੱਕ ਇਸ਼ੂ ਤੋਂ ਬਚਦੇ ਨੇਗੇ। ਇਹ ਜੇਕਰ ਉਹ ਪਾਵਰ ਪਰਚੇਜ ਐਗਰੀਮੈਂਟਾਂ ਰਿਵਿਊ ਕੀਤਾ ਹੁੰਦਾ ਜਾਂ ਉਹਨਾਂ ਤੇ ਕੰਸੀਡਰੇਸ਼ਨ ਕੀਤੀ ਹੁੰਦੀ, ਉਹ ਮੈਂ ਸਮਝਦਾ ਪੰਜਾਬ ਸਸਤੀ ਬਿਜਲੀ ਹੋ ਸਕਦੀ ਸੀ। ਹੁਣ 14 ਵਾਰ ਜਦੋਂ ਦੇ ਪੰਜਾਬ ਵਿੱਚ ਕੈਪਟਨ ਸਾਹਿਬ ਮੁੱਖ ਮੰਤਰੀ ਬਣੇ ਨੇ, 14 ਵਾਰ ਬਿਜਲੀ ਦੇ ਰੇਟ ਵੱਧ ਗਏ। ਪੰਜਾਬ ਵਿੱਚ ਸਭ ਤੋਂ ਹਾਈਐਸਟ ਰੇਟ ਜਿਹੜਾਗਾ ਬਿਜਲੀ ਦਾ ਉਹ ਪੰਜਾਬ 'ਚ ਆ, ਕਿਤੇ ਹੋਰ ਸੂਬੇ 'ਚ ਨਹੀਂ। ਪੰਜਾਬ ਰਾਜ ਬਿਜਲੀ ਪੈਦਾ ਕਰਦਾ, ਸਭ ਤੋਂ ਮਹਿੰਗੀ ਬਿਜਲੀ ਪੰਜਾਬ ਦੇ ਲੋਕਾਂ ਨੂੰ ਮਿਲ ਰਹੀ ਹੈਗੀ। ਇਕੱਲੇ ਕਿਸਾਨਾਂ ਦੀ ਸਬਸਿਡੀ ਛੱਡ ਕੇ ਜੇਕਰ ਦੇਖਿਆ ਜਾਵੇ ਤਾਂ ਹੋਰ ਖੇਤਰ ਦੇ ਵਿੱਚ ਜੇਕਰ ਇੱਕ ਕਿਸਾਨ ਦਾ ਇੱਕ ਮੋਟਰਾਂ ਦਾ ਬਿੱਲ 2000 ਮਾਫ ਕਰਤਾ, ਪਰ ਲੇਕਿਨ ਘਰਾਂ ਦਾ ਬਿੱਲ ਕਿੰਨਾ ਆ ਗਿਆ? 20000 ਆ ਗਿਆ। ਘਰਾਂ ਦਾ ਬਿੱਲ 20000 ਆ ਗਿਆ, ਮੋਟਰ ਦਾ ਬਿੱਲ 2000 ਮਾਫ ਕੀਤਾ। ਸੋ ਜਦ ਤੱਕ ਅਸੀਂ ਬਿਜਲੀ ਮਾਫੀਆ ਨੂੰ ਪੰਜਾਬ ਚੋਂ ਖਤਮ ਨਹੀਂ ਕਰਦੇ ਤਾਂ ਸਸਤੀ ਬਿਜਲੀ ਨਹੀਂ ਹੋ ਸਕਦੀ। ਆਮ ਆਦਮੀ ਪਾਰਟੀ ਦੀ ਦਿੱਲੀ ਸਰਕਾਰ ਨੇ, ਅਰਵਿੰਦ ਕੇਜਰੀਵਾਲ ਜੀ ਨੇ ਉੱਥੇ ਮਾਫੀਆ ਨੂੰ ਨੱਥ ਪਾਈ, ਉੱਥੇ ਉਹਨਾਂ ਦਾ ਆਡਿਟ ਕਰਵਾਇਆ। ਆਡਿਟ ਕਰਵਾਉਣ ਤੋਂ ਬਾਅਦ ਜਦੋਂ 8000 ਕਰੋੜ ਰੁਪਇਆ ਵੱਧ ਨਿਕਲਿਆ ਉਹਨਾਂ ਦੇ ਖਾਤੇ 'ਚ, ਉਹੀ 8000 ਕਰੋੜ ਰੁਪਇਆ ਲੋਕਾਂ ਦਾ ਪੈਦਾ ਹੋ ਗਿਆ। ਸੋ ਇਹ ਤਾਂ ਤੁਹਾਡੇ ਕੋਲ ਇਮਾਨਦਾਰੀ ਚਾਹੀਦੀ ਹੈ। ਜੇਕਰ ਤੁਹਾਡੇ ਕੋਲ ਇਮਾਨਦਾਰ ਆ ਤਾਂ ਸਭ ਕੁਝ ਠੀਕ ਹੋ ਜੂ। ਨਹੀਂ ਚੀਮਾ ਸਾਹਿਬ, ਸਬਸਿਡੀ ਕਿਹੜੀ? ਬਿਜਲੀ ਦੀ ਸਬਸਿਡੀ ਦਾ ਜ਼ਿਕਰ ਨਹੀਂ, ਮੈਂ ਕਹਿਣਾਗਾ ਸਬਸਿਡੀ ਨਹੀਂ, ਮੈਂ ਸਬਸਿਡੀ ਦੀ ਗੱਲ ਕਰਦਾ। ਮੈਂ ਕਹਿੰਦਾ ਕਿ ਕਿਸਾਨਾਂ ਨੂੰ ਥੋੜੀ ਜਿਹੀ ਬਿਜਲੀ ਸਬਸਿਡੀ ਦੇ ਕੇ ਦੂਜੇ ਪਾਸੇ ਜਿਹੜਾ ਕੰਨ ਮਰੋੜਿਆ ਜਾ ਰਿਹਾ, ਉਹਨਾਂ ਦੀ ਘਰਾਂ ਦੇ ਬਿਜਲੀ ਦੇ ਰੇਟ ਕਿੰਨੇ ਆ ਰਹੇ ਨੇਗੇ? ਘਰਾਂ ਦਾ ਤੁਸੀਂ 1200 ਰੁਪਏ 13 ਰੁਪਏ ਲੈ ਰਹੇ ਹੋ, ਘਰ ਦਾ 13-14 ਰੁਪਏ ਬਿੱਲ ਆ ਰਿਹਾ ਹੈਗਾ। ਪਰ ਲੇਕਿਨ ਤੁਸੀਂ ਥੋੜਾ ਜਿਹਾ ਮਾਫ ਕਰਕੇ ਕਹਿ ਰਹੇ ਹੋ ਕਿ ਅਸੀਂ ਮਾਫ ਕਰ ਰਹੇ ਹਾਂਗੇ। ਇਹ ਜਿਹੜਾ ਬਿਜਲੀ ਮਾਫੀਆ ਪੰਜਾਬ 'ਚ ਚੱਲ ਰਿਹਾ, ਪ੍ਰਾਈਵੇਟ ਕੰਪਨੀਆਂ ਜਿਹੜਾ ਪੰਜਾਬ ਦੇ ਲੋਕਾਂ ਲੁੱਟ ਕੀਤੀ ਹੋਈ ਆ, ਜਿਹੜੇ ਐਗਰੀਮੈਂਟ 2017 ਤੋਂ ਪਹਿਲਾਂ ਹੋਏ ਨੇ, ਉਹਨਾਂ ਐਗਰੀਮੈਂਟਾਂ ਦੇ ਨਾਲ ਘੱਟੋ ਘੱਟ ਪੰਜਾਬ ਦੇ ਲੋਕਾਂ ਤੇ ਆਉਣ ਵਾਲੇ 20-22 ਸਾਲ, ਕਿਉਂਕਿ ਪਹਿਲਾਂ 25 ਸਾਲ ਤੇ 2-3 ਸਾਲ ਘਟਾ ਦਈਏ ਤਾਂ ਘੱਟੋ ਘੱਟ 20-22 ਸਾਲ ਲਗਭਗ 1 ਲੱਖ ਕਰੋੜ ਦਾ ਵਾਧੂ ਵਜਨ ਪਊਗਾ ਪੰਜਾਬ ਦੇ ਲੋਕਾਂ ਤੇ, ਪੰਜਾਬ ਦੀਆਂ ਜੇਬਾਂ ਦੇ ਲੋਕਾਂ 'ਚ ਜਾਊਗਾ। ਇਹ ਕਿਉਂ ਜਾਊਗਾ? ਕਿਉਂਕਿ ਪਾਵਰ ਪਰਚੇਜ ਐਗਰੀਮੈਂਟ ਇੰਨੇ ਮਹਿੰਗੇ ਰੇਟ ਤੇ ਹੋਏ ਨੇਗੇ। ਸੋ ਮੇਰਾ ਕਹਿਣ ਦਾ ਭਾਵ ਆ, ਸਾਨੂੰ ਸੋਚਣਾ ਚਾਹੀਦਾਗਾ ਕਿ ਅਸੀਂ ਪੰਜਾਬ 'ਚ ਕਰ ਕੀ ਰਹਾਂਗੇ। ਅਸੀਂ ਪੰਜਾਬ ਦੀ ਬਰਬਾਦੀ ਦੇ ਕੰਢੇ ਤੁਰੇ ਹੋਏ ਹਾਂ। ਅਸੀਂ ਤਾਂ ਹਰ ਚੀਜ਼ ਜਿਹੜੀ ਆ ਉਹ ਪੰਜਾਬ ਦੀ ਲੁਟਾ ਰਹਾਂਗੇ। ਚਲੋ, ਸਾਡੇ ਨਾਲ ਹੋਰ ਵੀ ਮਹਿਮਾਨ ਜੁੜੇ ਹੋਏ ਨੇ। ਚੀਮਾ ਸਾਹਿਬ, ਕਾਫੀ ਵਿਸਤਾਰ ਦੇ ਵਿੱਚ ਤੁਸੀਂ ਗੱਲਬਾਤ ਕੀਤੀ ਹੈ, ਮੈਂ ਸੁਣਦਾ ਰਿਹਾ ਤੁਹਾਡੀ ਸਾਰੀ ਗੱਲਬਾਤ। ਮੈਂ ਕਿਹਾ ਚਲੋ ਬਾਅਦ 'ਚ ਇਕੱਠੀ ਜਿਹੜੇ ਬਾਕੀ ਮਹਿਮਾਨ ਜੁੜ ਜਾਣਗੇ ਫਿਰ ਰਿਐਕਸ਼ਨ ਲਵਾਂਗੇ। ਪ੍ਰੋਫੈਸਰ ਗੁਰਮੀਤ ਸਿੰਘ ਸਾਡੇ ਨਾਲ ਜੁੜੇ ਹੋਏ ਨੇ, ਪੋਲੀਟੀਕਲ ਐਨਾਲਿਸਟ ਨੇ। ਸ਼੍ਰੋਮਣੀ ਅਕਾਲੀ ਦਲ ਤੋਂ ਸਾਡੇ ਨਾਲ ਹਰਚਰਨ ਬੈਂਸ ਸਾਹਿਬ ਜੁੜ ਰਹੇ ਨੇ। ਰਜਿੰਦਰ ਭੰਡਾਰੀ, ਪ੍ਰੋਫੈਸਰ ਰਜਿੰਦਰ ਭੰਡਾਰੀ ਬੀਜੇਪੀ ਤੋਂ, ਔਰ ਸੁਰਜੀਤ ਸਿੰਘ ਸਵੈਚ ਕਾਂਗਰਸ ਪਾਰਟੀ ਤੋਂ ਥੋੜੀ ਦੇਰ 'ਚ ਜੁੜਨਗੇ। ਪ੍ਰੋਫੈਸਰ ਗੁਰਮੀਤ, ਤੁਹਾਡੇ ਤੋਂ ਮੈਂ ਇਸ ਤੇ ਇੱਕ ਰਿਐਕਸ਼ਨ ਜ਼ਰੂਰ ਚਾਹੂੰਗਾ ਬਾਕੀ ਮਹਿਮਾਨਾਂ ਕੋਲ ਜਾਣ ਤੋਂ ਪਹਿਲਾਂ। ਜਿਹੜੀ ਗੱਲ ਚੀਮਾ ਸਾਹਿਬ ਨੇ ਕੀਤੀ ਹੈ, ਹਾਲਾਂਕਿ ਸਰਕਾਰ ਤਾਂ ਬਜਟ ਦੇ ਵਿੱਚ ਇਹ ਦਾਅਵੇ ਕਰ ਗਈ ਕਿ ਅਸੀਂ 85% ਜਿਹੜੇ ਆਪਣੇ ਵਾਅਦੇ ਸੀ ਉਹ ਪੂਰੇ ਕਰਤੇ। ਹੁਣ ਉਹਨਾਂ ਦਾਅਵਿਆਂ ਦੇ ਵਿੱਚ ਕਿੰਨੀ ਸਚਾਈ ਹੈ ਉਹ ਐਨਾਲਿਸਿਸ ਕਰਨਾ ਜਾਂ ਤਾਂ ਮੀਡੀਆ ਦਾ ਕੰਮ ਹੁੰਦਾ ਹੈ ਜਾਂ ਜਿਹੜੇ ਪੋਲੀਟੀਕਲ ਐਨਾਲਿਸਟ ਹੁੰਦੇ ਆ ਤੁਹਾਡੇ ਵਰਗੇ ਉਹਨਾਂ ਦਾ ਕੰਮ ਹੁੰਦਾ ਹੈ। ਸਿਆਸੀ ਪਾਰਟੀਆਂ ਨੇ ਇੱਕ ਦੂਸਰੇ ਨਾਲ ਪੁਆਇੰਟ ਟੂ ਪੁਆਇੰਟ ਘੇਰਾਬੰਦੀ ਕਰਨੀ ਹੁੰਦੀ ਆ, ਉਹ ਚੱਲਦੀ ਰਹਿੰਦੀ ਆ। ਆਪਾਂ ਸਵੇਰ ਤੋਂ ਦੇਖ ਵੀ ਰਹੇ ਹਾਂ ਲਗਾਤਾਰ ਜਿਹੜੀ ਇਹ ਮਹਾ ਕਵਰੇਜ ਨਿਊਜ਼ 18 ਪੰਜਾਬ ਤੇ ਅਸੀਂ ਦਿਖਾ ਰਹੇ ਹਾਂ। ਸੋ ਜਿਹੜੀਆਂ ਗੱਲਾਂ ਚੀਮਾ ਸਾਹਿਬ ਕਰ ਰਹੇ ਨੇ, ਚਾਹੇ ਰੋਜ਼ਗਾਰ ਦੇਣ ਨੂੰ ਲੈ ਕੇ ਹੋਵੇ, ਹਾਲਾਂਕਿ ਉਹਦੇ ਤੇ ਇਹ ਵੀ ਬੜੇ ਸਾਰੇ ਸਵਾਲ ਉੱਠੇ, ਜਿਵੇਂ ਗੌਰਵ ਮੇਰੇ ਸਹਿਯੋਗੀ ਕਹਿ ਰਹੇ ਸੀ ਕਿ ਇਹ ਚੀਜ਼ਾਂ ਪੋਸੀਬਲ ਨਹੀਂ ਹੁੰਦੀਆਂ। ਵਾਅਦੇ ਕਰਨ ਵੇਲੇ ਵੀ ਸੋਚਣਾ ਚਾਹੀਦਾ ਕਿ ਤੁਸੀਂ ਜਦੋਂ ਕਹਿਤਾ ਕਿ ਹਰ ਘਰ ਨੌਕਰੀ, ਕੀ ਹਰ ਘਰ ਨੂੰ ਸਰਕਾਰੀ ਨੌਕਰੀਆਂ ਦੇ ਸਕਦੇ ਹੋ? ਫਿਰ ਜਦੋਂ ਐਂਡ ਤੇ ਗੱਲ ਆ ਜਾਂਦੀ ਹੈ ਫਿਰ ਕਹਿੰਦੇ ਜੀ ਅਸੀਂ ਇੰਨੇ % ਪੂਰਾ ਕਰਤਾ। ਫਿਰ ਚਾਹੇ ਗੱਲ ਹੋਵੇ ਦੂਜੇ ਵਾਅਦੇ ਕਿਸਾਨ ਕਰਜ਼ ਮਾਫੀ ਦੀ ਹੋਵੇ, ਉਹ ਵੀ 100% ਨਹੀਂ ਹੋਈ, ਪਰ ਫਿਰ ਸਰਕਾਰ ਇਹ ਕਹਿ ਦਿੰਦੀ ਹੈ ਕਿ ਅਸੀਂ ਕੁਛ ਨਾ ਕੁਛ ਤਾਂ ਦਿੱਤਾ। ਸੋ ਤੁਹਾਡੇ ਹਿਸਾਬ ਨਾਲ ਐਜ਼ ਏ ਪੋਲੀਟੀਕਲ ਐਨਾਲਿਸਟ ਜਿੰਨੇ ਵਾਅਦੇ ਸੀ, ਕੀ ਇਹ ਬਹੁਤ ਵਿੱਤੋਂ ਵੱਧ ਕੇ ਕੀਤੇ ਗਏ ਸੀ? ਔਰ ਜੇ ਹੁਣ ਸਰਕਾਰ ਕਹਿ ਰਹੀ ਹੈ ਕਿ ਅਸੀਂ ਕੁਛ ਨਾ ਕੁਛ ਪੂਰੇ ਕਰਤੇ ਤਾਂ ਉਹਦਾ ਸੰਦਰਭ ਕੀ ਹੈ, ਕੀ ਲਿਆ ਜਾਵੇ?